ਡਾਕਟਰ BR ਅੰਬੇਡਕਰ ਦਲਿਤਾਂ ਦੇ ਮਸੀਹਾ, ਭਾਰਤ ਦੇ ਪਹਿਲੇ ਕਾਨੂੰਨ ਮੰਤਰੀ। ਆਖਿਰ ਅਜਿਹਾ ਕੀ ਹੋਇਆ ਸੀ ਕਿ ਲੋਕਾਂ ਨੂੰ ਹੱਕ ਦਿਵਾਉਣ ਵਾਲੇ ਉਸ ਸੰਵਿਧਾਨ ਨਿਰਮਾਤਾ ਨੂੰ ਆਪਣਾ ਧਰਮ ਬਦਲਣਾ ਪਿਆ? ਡਾਕਟਰ ਅੰਬੇਡਕਰ ਨੇ ਕਿਉਂ ਛੱਡਿਆ ਸੀ ਹਿੰਦੂ ਧਰਮ? ਆਖਿਰ ਉਹਨਾਂ ਨੇ ਬੁੱਧ ਧਰਮ ਹੀ ਕਿਉਂ ਅਪਣਾਇਆ, ਕੋਈ ਹੋਰ ਧਰਮ ਕਿਉਂ ਨਹੀਂ? ਇਹਨਾਂ ਸਾਰੇ ਸਵਾਲਾਂ ਦੇ ਦੇਵਾਂਗੇ ਜਵਾਬ ਸਾਡੀ ਅੱਜ ਦੀ ਇਸ ਰਿਪੋਰਟ ਦੇ ਵਿੱਚ। 14 ਅਕਤੂਬਰ 1956 ਇਹ ਉਹ ਦਿਨ ਸੀ ਜਦੋਂ ਸੰਵਿਧਾਨ ਨਿਰਮਾਤਾ ਡਾਕਟਰ BR ਅੰਬੇਡਕਰ ਨੇ ਆਪਣੇ 3,65,000 ਅਨੁਯਾਈਆਂ ਦੇ ਨਾਲ ਨਾਗਪੁਰ ਵਿੱਚ ਧਰਮ ਪਰਿਵਰਤਨ ਕੀਤਾ ਤੇ ਹਿੰਦੂ ਧਰਮ ਨੂੰ ਛੱਡ ਕੇ ਬੁੱਧ ਧਰਮ ਨੂੰ ਅਪਣਾ ਲਿਆ। ਉਹਨਾਂ ਦਾ ਮੰਨਣਾ ਸੀ ਕਿ ਹਿੰਦੂ ਧਰਮ ਭਾਰਤੀ ਸਮਾਜ ਲਈ ਬ੍ਰਿਟਿਸ਼ ਸਾਮਰਾਜ ਤੋਂ ਵੀ ਵੱਡਾ ਖਤਰਾ ਹੈ। ਉਹ ਵਰਨਾ ਤੇ ਜਾਤੀ ਸਿਸਟਮ ਦੇ ਖਿਲਾਫ ਸੀ। ਤੁਹਾਨੂੰ ਦੱਸ ਦਈਏ ਕਿ ਹਿੰਦੂ ਧਰਮ ਨੂੰ ਕੰਮ ਦੇ ਆਧਾਰ ਤੇ 4 ਵਰਗਾਂ ਵਿੱਚ ਵੰਡਿਆ ਹੋਇਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਸ਼ੂਦਰ ਯਾਨੀ ਦਲਿਤਾਂ ਨੂੰ ਨੀਚ ਜਾਤ ਦੇ ਮੰਨਿਆ ਜਾਂਦਾ ਸੀ। ਉਹਨਾਂ ਨੂੰ ਅਛੂਤ ਮੰਨ ਕੇ ਉਹਨਾਂ ਨਾਲ ਭੇਦਭਾਵ ਕੀਤਾ ਜਾਂਦਾ ਸੀ। ਉਹਨਾਂ ਉੱਤੇ ਕਈ ਤਰ੍ਹਾਂ ਦੀਆਂ ਰੋਕਾਂ ਸੀ, ਜਿਵੇਂ ਉਹ ਉੱਥੋਂ ਪਾਣੀ ਨਹੀਂ ਪੀ ਸਕਦੇ ਸੀ ਜਿੱਥੋਂ ਵੱਡੀ ਜਾਤ ਦੇ ਲੋਕ ਪਾਣੀ ਪੀਂਦੇ ਸੀ। ਉਹ ਵੱਡੀ ਜਾਤ ਦੇ ਲੋਕਾਂ ਵਾਂਗ ਮੰਦਰਾਂ ਵਿੱਚ ਨਹੀਂ ਜਾ ਸਕਦੇ ਸੀ। ਇੱਥੋਂ ਤੱਕ ਕਿ ਉਹ ਧਰਤੀ ਉੱਤੇ ਥੁੱਕ ਵੀ ਨਹੀਂ ਸਕਦੇ ਸੀ। ਇਸ ਲਈ ਉਹਨਾਂ ਦੇ ਗਲੇ ਵਿੱਚ ਇੱਕ ਕੋਲਾ ਲਟਕਾਇਆ ਜਾਂਦਾ ਸੀ। ਉਹਨਾਂ ਨੂੰ ਪੜ੍ਹ ਲਿਖ ਕੇ ਆਪਣੇ ਜੀਵਨ ਨੂੰ ਵਧੀਆ ਬਣਾਉਣ ਦਾ ਅਧਿਕਾਰ ਤੱਕ ਨਹੀਂ ਸੀ। ਉਹਨਾਂ ਲਈ ਪਹਿਲਾਂ ਹੀ ਸਮਾਜ ਵਿੱਚ ਸਾਫ਼ ਸਫਾਈ ਵਰਗੇ ਕੰਮ ਰੱਖੇ ਗਏ ਤੇ ਵਿਵਸਥਾ ਕੀਤੀ ਗਈ ਕਿ ਉਹਨਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਇਹਨਾਂ ਕੰਮਾਂ ਵਿੱਚ ਹੀ ਰਹਿਣ ਤੇ ਕਦੇ ਵੀ ਆਪਣਾ ਸਰਵਪੱਖੀ ਵਿਕਾਸ ਨਾ ਕਰ ਸਕਣ। ਡਾਕਟਰ BR ਅੰਬੇਡਕਰ ਮੁੰਬਈ ਦੀ ਮਹਾਰ ਜਾਤੀ ਵਿੱਚ ਪੈਦਾ ਹੋਏ, ਜੋ ਕਿ ਇੱਕ ਸ਼ੂਦਰ ਜਾਤੀ ਯਾਨੀ ਦਲਿਤ ਜਾਤੀ ਮੰਨੀ ਜਾਂਦੀ ਹੈ ਤੇ ਵਿੱਚ ਪੈਦਾ ਹੋਏ, ਜਿਸ ਕਾਰਨ ਉਹਨਾਂ ਨੂੰ ਬਚਪਨ ਤੋਂ ਹੀ ਕਾਫੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਉਹ ਆਪਣੇ ਧਰਮ ਨੂੰ ਬਦਲਣਾ ਚਾਹੁੰਦੇ ਸੀ। ਅੰਬੇਡਕਰ ਦਾ ਕਹਿਣਾ ਸੀ ਕਿ ਇਹ ਮੇਰੀ ਬਦਕਿਸਮਤੀ ਸੀ ਕਿ ਮੈਂ ਅਛੂਤ ਦੇ ਕਲੰਕ ਨਾਲ ਪੈਦਾ ਹੋਇਆ। ਹਾਲਾਂਕਿ ਇਸ ਵਿੱਚ ਮੇਰੀ ਕੋਈ ਗਲਤੀ ਨਹੀਂ ਹੈ, ਪਰ ਇਹ ਜ਼ਰੂਰ ਮੇਰੇ ਅਧਿਕਾਰ ਵਿੱਚ ਹੈ ਕਿ ਮੈਂ ਹਿੰਦੂ ਰਹਿੰਦੇ ਹੋਏ ਨਹੀਂ ਮਰਨਾ ਚਾਹੁੰਦਾ। ਹੁਣ ਅੰਬੇਡਕਰ ਦੇ ਸਾਹਮਣੇ ਵੱਡਾ ਸਵਾਲ ਸੀ ਕਿ ਆਖਿਰ ਉਹ ਕਿਹੜਾ ਧਰਮ ਅਪਣਾਉਣ। ਸਨ 1923 ਚ ਜਦੋਂ ਬਾਬਾ ਸਾਹਿਬ ਭਾਰਤ ਆਏ ਤਾਂ ਜਾਤੀ ਦੇ ਸੰਦਰਭ ਵਿੱਚ ਉਹਨਾਂ ਦੇ ਸਾਹਮਣੇ ਕਈ ਸਵਾਲ ਸਨ। ਉਹਨਾਂ ਨੇ ਪਹਿਲਾਂ ਇਹਨਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ, ਸਮਾਜਵਾਦ ਤੇ ਮਾਰਕਸਵਾਦ ਵਿੱਚ, ਤੇ ਅੰਤ ਵਿੱਚ ਉਹਨਾਂ ਨੂੰ ਹੱਲ ਲੱਭਿਆ ਧਰਮ ਵਿੱਚ। 1947 ਵਿੱਚ ਅੰਗਰੇਜ਼ ਤੋਂ ਆਜ਼ਾਦੀ ਦੇ ਨਾਲ ਇੱਕ ਹੋਰ ਮੰਗ ਉੱਠੀ, ਜਾਤੀ ਪ੍ਰਥਾ ਤੋਂ ਆਜ਼ਾਦੀ। ਅੰਬੇਡਕਰ ਨੇ ਕਿਹਾ ਕਿ ਦਲਿਤਾਂ ਨੂੰ ਸਦੀਆਂ ਤੋਂ ਚੱਲੀ ਆ ਰਹੀ ਜਾਤੀ ਪ੍ਰਥਾ ਤੋਂ ਆਜ਼ਾਦੀ ਨਹੀਂ ਮਿਲਦੀ ਤਾਂ ਇਹ ਆਜ਼ਾਦੀ ਉਹਨਾਂ ਲਈ ਖੋਖਲੀ ਸਾਬਤ ਹੁੰਦੀ। ਇਸ ਸਮੱਸਿਆ ਦਾ ਹੱਲ ਲੱਭਣ ਲਈ ਅੰਬੇਡਕਰ ਸਮੱਸਿਆ ਦੀ ਜੜ ਵਿੱਚ ਗਏ। ਉਹਨਾਂ ਦੇ ਮੁਤਾਬਕ ਸਮੱਸਿਆ ਦੀ ਜੜ ਹੈ ਹਿੰਦੂ ਧਰਮ ਦਾ 4 ਵਰਗਾਂ ਵਿੱਚ ਵੰਡੇ ਹੋਣਾ। 13 ਅਕਤੂਬਰ 1935 ਨੂੰ ਨਾਸਿਕ ਵਿੱਚ ਇੱਕ ਐਲਾਨ ਕੀਤਾ ਕਿ ਉਹ ਹਿੰਦੂ ਧਰਮ ਛੱਡਣ ਦਾ ਫੈਸਲਾ ਲੈ ਚੁੱਕੇ ਨੇ। ਅਗਲੇ ਸਾਲ ਇੱਕ ਹੋਰ ਭਾਸ਼ਣ ਦਿੱਤਾ ਜਿਸ ਵਿੱਚ ਮੁਕਤੀ ਦਾ ਮਾਰਗ ਕੀ ਹੈ ਇਸ ਉੱਤੇ ਚਰਚਾ ਕੀਤੀ। ਇਸ ਵਿੱਚ ਉਹਨਾਂ ਨੇ ਸਿਲਸਿਲੇਵਾਰ ਤਰਕ ਦਿੱਤੇ ਕਿ ਆਖਿਰ ਦਲਿਤਾਂ ਨੂੰ ਆਪਣਾ ਧਰਮ ਬਦਲਣ ਦੀ ਲੋੜ ਕਿਉਂ ਹੈ। ਹਿੰਦੂ ਧਰਮ ਲੋਕਾਂ ਦੇ ਧੁਰ ਅੰਦਰ ਤੱਕ ਬੈਠਾ ਸੀ। ਇਹ ਸਦੀਆਂ ਤੋਂ ਚੱਲਿਆ ਆ ਰਿਹਾ ਸੀ। ਇਸ ਨੂੰ ਬਦਲਣਾ ਮੁਸ਼ਕਿਲ ਸੀ। ਇਸ ਲਈ ਅੰਬੇਡਕਰ ਨੇ ਕਿਹਾ ਕਿ ਉਸ ਧਰਮ ਨੂੰ ਛੱਡ ਹੀ ਦਿਓ ਜੋ ਤੁਹਾਨੂੰ ਹੱਕਾਂ ਤੋਂ ਵਾਂਝੇ ਕਰਦਾ ਹੈ। ਅੰਬੇਡਕਰ ਨੇ ਧਰਮ ਬਦਲਣ ਦੇ 2 ਕਾਰਨ ਦੱਸੇ, ਪਹਿਲਾ ਸੰਸਾਰਕ ਤੇ ਦੂਜਾ ਅਧਿਆਤਮਕ। ਸੰਸਾਰਕ ਕਾਰਨ ਦੱਸਦੇ ਹੋਏ ਉਹਨਾਂ ਨੇ ਦਲਿਤਾਂ ਤੇ ਸਵਰਨਾਂ ਵਿਚਕਾਰ ਜੱਦੋ-ਜਹਿਦ ਨੂੰ ਕਲਾਸ ਸਟਰਗਲ ਕਿਹਾ। ਉਹਨਾਂ ਕਿਹਾ ਕਿ ਇਹ 2 ਵਿਅਕਤੀਆਂ ਜਾਂ 2 ਸਮੂਹਾਂ ਦੇ ਵਿੱਚ ਸੰਘਰਸ਼ ਨਹੀਂ, ਸਗੋਂ 2 ਵਰਗਾਂ ਦੇ ਵਿੱਚ ਦਾ ਸੰਘਰਸ਼ ਹੈ। ਇਹ ਇੱਕ ਆਦਮੀ ਤੇ ਦੂਜੇ ਦੀ ਮਾਲਕੀ ਦਾ ਸਵਾਲ ਨਹੀਂ ਹੈ। ਇਹ ਇੱਕ ਵਰਗ ਦਾ ਦੂਜੇ ਵਰਗ ਤੇ ਮਾਲਕੀ ਦਾ, ਇੱਕ ਵਰਗ ਵੱਲੋਂ ਦੂਜੇ ਦੇ ਨਾਲ ਕੀਤੇ ਅਨਿਆਂ ਦਾ ਸਵਾਲ ਹੈ। 2 ਵਰਗਾਂ ਵਿੱਚ ਸੰਘਰਸ਼ ਉਸ ਸਮੇਂ ਪੈਦਾ ਹੁੰਦਾ ਹੈ ਜਦੋਂ ਤੁਸੀਂ ਉੱਚ ਵਰਗਾਂ ਦੇ ਨਾਲ ਸਮਾਨਤਾ ਉੱਤੇ ਜ਼ੋਰ ਦਿੰਦੇ ਹੋ। ਉਹਨਾਂ ਦੇ ਗੁੱਸੇ ਦਾ ਇੱਕ ਹੀ ਕਾਰਨ ਹੈ ਤੇ ਉਹ ਹੈ ਸਮਾਨਤਾ ਦੀ ਮੰਗ ਕਰਨ ਵਾਲਾ ਤੁਹਾਡਾ ਵਿਵਹਾਰ, ਜੋ ਉਹਨਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ। ਸਭ ਤੋਂ ਵੱਡਾ ਸਵਾਲ ਸੀ ਕਿ ਹਿੰਦੂ ਧਰਮ ਛੱਡਣਾ ਹੈ ਤਾਂ ਜਾਣਾ ਕਿੱਥੇ ਹੈ।
ਅੰਬੇਡਕਰ ਦਾ ਤਰਕ ਸੀ ਕਿ ਭਾਰਤੀ ਸਮਾਜ ਦੀ ਪਰਿਕਲਪਨਾ ਧਰਮ ਤੋਂ ਬਿਨਾਂ ਨਹੀਂ ਹੋ ਸਕਦੀ। ਸਿਰਫ ਰਾਜਨੀਤਿਕ ਢਾਂਚੇ ਵਿੱਚ ਪਰਿਵਰਤਨ ਨਾਲ ਦਲਿਤਾਂ ਦਾ ਉद्धार ਨਹੀਂ ਹੋ ਸਕਦਾ। ਪਰ ਦਲਿਤ ਕਿਹੜਾ ਧਰਮ ਚੁਣਦੇ? ਇਸ ਸਵਾਲ ਦੇ ਜਵਾਬ ਵਿੱਚ ਅੰਬੇਡਕਰ ਕਹਿੰਦੇ ਨੇ, ਇਸ ਲਈ ਇੱਕ ਅਜਿਹੇ ਧਰਮ ਨੂੰ ਚੁਣਨਾ ਹੋਵੇਗਾ ਜੋ ਗਿਣਤੀ ਵਿੱਚ ਵੱਧ ਹੋਵੇ ਤੇ ਅਨਿਆਂ ਦਾ ਵਿਰੋਧ ਕਰ ਸਕੇ। ਸ਼ੁਰੂਆਤੀ ਭਾਸ਼ਣਾਂ ਤੇ ਲੇਖਾਂ ਵਿੱਚ ਉਹਨਾਂ ਦਾ ਝੁਕਾਅ ਇਸਲਾਮ ਵੱਲ ਦਿਸਿਆ। 1929 ਵਿੱਚ ਬਹਿਸ਼ਕਾਰੀ ਭਾਰਤ ਦੇ ਐਡੀਟੋਰੀਅਲ ਲੇਖ ਨੋਟਿਸ ਟੂ ਹਿੰਦੂਜ਼ਮ ਵਿੱਚ ਉਹ ਲਿਖਦੇ ਨੇ, ਧਰਮ ਪਰਿਵਰਤਨ ਕਰਨਾ ਹੈ ਤਾਂ ਮੁਸਲਮਾਨ ਬਣੋ। ਹਿੰਦੂਵਾਦੀ ਸੰਗਠਨਾਂ ਨੂੰ ਇਸ ਤੋਂ ਖਤਰਾ ਲੱਗਾ ਤਾਂ ਉਹਨਾਂ ਨੇ ਅੰਬੇਡਕਰ ਦੇ ਸਾਹਮਣੇ ਆਰੀਆ ਸਮਾਜ ਜਾਂ ਸਿੱਖ ਧਰਮ ਚੁਣਨ ਦਾ ਪ੍ਰਸਤਾਵ ਰੱਖਿਆ। ਕੁਝ ਸਾਲਾਂ ਵਿੱਚ ਅੰਬੇਡਕਰ ਨੂੰ ਸਮਝ ਆਇਆ ਕਿ ਸਿੱਖ ਧਰਮ ਵਿੱਚ ਵੀ ਉਹਨਾਂ ਨੂੰ ਜਾਤੀ ਪ੍ਰਥਾ ਤੋਂ ਛੁਟਕਾਰਾ ਨਹੀਂ ਮਿਲੇਗਾ, ਕਿਉਂਕਿ ਉਹ ਵੀ ਜਾਤੀ ਪ੍ਰਥਾ ਤੋਂ ਨਹੀਂ ਬਚ ਸਕਿਆ। ਇਸ ਲਈ ਉਹਨਾਂ ਨੇ ਇਹ ਵਿਚਾਰ ਛੱਡ ਦਿੱਤਾ ਤੇ 1936 ਦੇ ਆਪਣੇ ਭਾਸ਼ਣ ਦੇ ਅਗਲੇ 20 ਸਾਲਾਂ ਤੱਕ ਸਹੀ ਧਰਮ ਦੇ ਸਵਾਲ ਉੱਤੇ ਜੂਝਦੇ ਰਹੇ। ਉਹ ਮੰਨਦੇ ਸੀ ਕਿ ਵਿਅਕਤੀ ਦੇ ਵਿਕਾਸ ਲਈ 3 ਚੀਜ਼ਾਂ ਦੀ ਲੋੜ ਹੁੰਦੀ ਹੈ: ਦਿਆਲਤਾ, ਸਮਾਨਤਾ ਤੇ ਸੁਤੰਤਰਤਾ। ਉਹਨਾਂ ਦੇ ਮੁਤਾਬਕ ਜਾਤੀ ਪ੍ਰਥਾ ਦੇ ਚੱਲਦੇ ਹਿੰਦੂ ਧਰਮ ਵਿੱਚ ਇਹਨਾਂ ਤਿੰਨਾਂ ਗੁਣਾਂ ਦੀ ਕਮੀ ਸੀ। ਇਸਲਾਮ ਤੇ ਈਸਾਈ ਧਰਮ ਵਿੱਚ ਇਹ ਸਾਰੀਆਂ ਚੀਜ਼ਾਂ ਦਿਖਾਈ ਦਿੱਤੀਆਂ, ਪਰ ਧਰਮ ਦਾ ਅਧਿਆਤਮਕ ਪੱਖ ਵੀ ਜ਼ਰੂਰੀ ਸੀ, ਜਿਸ ਬਾਰੇ ਲਿਖਦੇ ਹੋਏ ਉਹਨਾਂ ਨੇ 4 ਧਾਮਾਂ ਦੀ ਤੁਲਨਾ ਕੀਤੀ। ਬੁੱਧ ਇੱਕ ਸਧਾਰਨ ਇਨਸਾਨ ਸੀ। ਉਹਨਾਂ ਨੇ ਕਦੇ ਵੀ ਖੁਦ ਤੇ ਈਸ਼ਵਰ ਹੋਣ ਦਾ ਦਾਅਵਾ ਨਹੀਂ ਕੀਤਾ, ਕੋਈ ਚਮਤਕਾਰ ਨਹੀਂ ਕੀਤਾ। ਉਹਨਾਂ ਨੇ ਖੁਦ ਨੂੰ ਮੁਕਤੀ ਦੇਣ ਵਾਲਾ ਨਾ ਕਹਿ ਕੇ ਮੁਕਤੀ ਦਾ ਮਾਰਗ ਦਿਖਾਉਣ ਵਾਲਾ ਕਿਹਾ। ਤਰਕ ਤੇ ਵਿਗਿਆਨ ਦੇ ਵਿਦਿਆਰਥੀ ਰਹੇ ਅੰਬੇਡਕਰ ਲਈ ਧਰਮ ਪਰਲੌਕਿਕ ਨਹੀਂ ਹੋ ਸਕਦਾ ਸੀ। ਉਹਨਾਂ ਦਾ ਕਹਿਣਾ ਸੀ ਕਿ ਧਰਮ ਇਨਸਾਨ ਲਈ ਹੈ, ਨਾ ਕਿ ਭਗਵਾਨ ਦੇ ਲਈ। ਜਾਤੀ ਦਾ ਸਵਾਲ ਹੀ ਬਰਾਬਰੀ ਦਾ ਸਵਾਲ ਸੀ ਤਾਂ ਅਜਿਹੇ ਕਿਸੇ ਧਰਮ ਦੀ ਥਾਂ ਨਹੀਂ ਬਚਦੀ ਸੀ ਜਿਹੜੇ ਵਿੱਚ ਇੱਕ ਵਿਅਕਤੀ ਦੂਜਿਆਂ ਤੋਂ ਉੱਪਰ ਹੋ ਜਾਂਦਾ। ਅਗਲੇ ਗੇੜ ਵਿੱਚ ਉਹਨਾਂ ਨੇ ਧਰਮਾਂ ਦੇ ਤਾਰਕਿਕ ਪੱਖ ਦੀ ਤੁਲਨਾ ਕੀਤੀ। ਉਹਨਾਂ ਦੇ ਮੁਤਾਬਕ ਹਿੰਦੂ, ਈਸਾਈ ਤੇ ਇਸਲਾਮ ਧਰਮ ਦਾ ਆਧਾਰ ਆਸਥਾ ਹੈ। ਇਹਨਾਂ ਧਰਮਾਂ ਵਿੱਚ ਜੋ ਵਿਅਕਤੀ ਨੇ ਜੋ ਕਹਿ ਦਿੱਤਾ ਉਹ ਪੱਥਰ ਤੇ ਲਕੀਰ ਹੈ। ਉਸ ਉੱਤੇ ਨਾ ਸਵਾਲ ਚੁੱਕਿਆ ਜਾ ਸਕਦਾ ਹੈ ਤੇ ਨਾ ਤਰਕ ਕੀਤਾ ਜਾ ਸਕਦਾ ਹੈ, ਕਿਉਂਕਿ ਉਹ ਧਰਮ ਹੈ। ਇਸ ਦੇ ਮੁਕਾਬਲੇ ਬੁੱਧ ਆਪਣੀ ਸਿੱਖਿਆ ਦੇ ਅੰਤਿਮ ਸੱਚ ਹੋਣ ਦਾ ਦਾਅਵਾ ਨਹੀਂ ਕਰਦੇ। ਉਹਨਾਂ ਦੀ ਦੀਕਸ਼ਾ ਸੀ ਉਪਦੀਪ ਭਵੋ, ਯਾਨੀ ਖੁਦ ਆਪਣੇ ਦੀਪਕ ਬਣੋ, ਖੁਦ ਆਪਣੇ ਸੱਚ ਨੂੰ ਜਾਣੋ। ਮਹਾਪਰਿਨਿਰਮਾਣ ਸੂਤਰ 'ਚ ਬੁੱਧ ਆਨੰਦ ਨੂੰ ਕਹਿੰਦੇ ਨੇ ਕਿ ਉਹਨਾਂ ਦਾ ਧਰਮ ਤਰਕ ਤੇ ਅਨੁਭਵ ਤੇ ਆਧਾਰਿਤ ਹੈ। ਉਹਨਾਂ ਦੀ ਕਹੀ ਗਈ ਗੱਲ ਸਿਰਫ ਇਸ ਲਈ ਸਹੀ ਨਹੀਂ ਹੈ ਕਿਉਂਕਿ ਉਹ ਬੁੱਧ ਨੇ ਕਹੀ ਹੈ। ਜੋ ਸੱਚ ਹੈ ਉਸ ਲਈ ਆਸਥਾ ਦੀ ਜ਼ਰੂਰਤ ਕਿਉਂ? ਪਾਣੀ ਸੱਚ ਹੈ ਕਿਉਂਕਿ ਉਹ ਹੈ, ਉਸ ਲਈ ਉਸ ਵਿੱਚ ਆਸਥਾ ਰੱਖਣ ਦੀ ਕੋਈ ਲੋੜ ਨਹੀਂ ਹੈ। ਤੀਜਾ ਪੱਖ ਸੀ ਬਦਲਾਅ। ਉਹਨਾਂ ਕਿਹਾ ਕਿ ਬੁੱਧ ਦਾ ਧਰਮ ਇੱਕ ਜਿਉਂਦਾ ਧਰਮ ਹੈ, ਉਸ ਉੱਤੇ ਭੂਤਕਾਲ ਦਾ ਬੋਝ ਨਹੀਂ ਹੈ। ਬੁੱਧ ਦੀਆਂ ਸਿੱਖਿਆਵਾਂ ਨੂੰ ਕਾਲ ਤੇ ਸਥਿਤੀਆਂ ਦੇ ਹਿਸਾਬ ਨਾਲ ਢਾਲਿਆ ਜਾ ਸਕਦਾ ਹੈ, ਇਸ ਲਈ ਬੁੱਧ ਨੇ ਕੋਈ ਬੰਦਿਸ਼ ਨਹੀਂ ਲਾਈ ਸੀ। ਅੰਬੇਡਕਰ ਦੇ ਹਿਸਾਬ ਨਾਲ ਉਹ ਧਰਮ ਉੱਤਮ ਹੈ ਜੋ ਬੁੱਧੀ ਦੇ ਤਰਕ ਉੱਤੇ ਆਧਾਰਿਤ ਹੋਵੇ। ਧਰਮ ਵਿੱਚ ਸਿਰਫ ਨੈਤਿਕਤਾ ਹੋਣਾ ਹੀ ਕਾਫੀ ਨਹੀਂ ਹੈ, ਮਾਇਨੇ ਰੱਖਦਾ ਹੈ ਕਿ ਉਹ ਨੈਤਿਕਤਾ ਕੀ ਕਹਿੰਦੀ ਹੈ। ਸੱਚੇ ਧਰਮ ਵਿੱਚ ਨੈਤਿਕਤਾ, ਸਮਾਨਤਾ ਤੇ ਸੁਤੰਤਰਤਾ ਵਰਗੇ ਨੈਤਿਕ ਗੁਣ ਸ਼ਾਮਲ ਹੋਣੇ ਚਾਹੀਦੇ ਨੇ। ਬੁੱਧ ਧਰਮ ਵਿੱਚ ਇਸਤਰੀਆਂ ਦੀ ਸਥਿਤੀ ਨੂੰ ਅੰਬੇਡਕਰ ਸਭ ਤੋਂ ਵਧੀਆ ਉਦਾਹਰਣ ਮੰਨਦੇ ਨੇ। ਹੋਰ ਧਰਮਾਂ ਨੇ ਬੁੱਧ ਨੂੰ ਸਿਰਫ ਅਹਿੰਸਾ ਦੇ ਸਿਧਾਂਤ ਤੱਕ ਸੀਮਿਤ ਕੀਤਾ, ਜੋ ਅਸਲੀਅਤ ਵਿੱਚ ਇੱਕ ਮਹਾਨ ਸਿਧਾਂਤ ਹੈ। ਪਰ ਬੁੱਧ ਨੇ ਅਹਿੰਸਾ ਦੇ ਨਾਲ-ਨਾਲ ਸਮਾਨਤਾ ਦੀ ਸਿੱਖਿਆ ਵੀ ਦਿੱਤੀ। ਉਹਨਾਂ ਨੇ ਨਾ ਸਿਰਫ ਪੁਰਸ਼ ਤੇ ਪੁਰਸ਼ ਵਿੱਚ ਸਮਾਨਤਾ ਦੀ ਗੱਲ ਕੀਤੀ, ਸਗੋਂ ਪੁਰਸ਼ ਤੇ ਇਸਤਰੀ ਦੀ ਸਮਾਨਤਾ ਦੀ ਵੀ ਗੱਲ ਕੀਤੀ। ਹਿੰਦੂ ਧਰਮ ਨਾਲ ਤੁਲਨਾ ਕਰਦੇ ਹੋਏ ਕਿਹਾ, ਹਿੰਦੂਆਂ ਵਿੱਚ ਸ਼ੂਦਰ ਤੇ ਇਸਤਰੀਆਂ ਧਰਮ ਉਪਦੇਸ਼ਕ ਨਹੀਂ ਬਣ ਸਕਦੀਆਂ, ਜਦੋਂ ਕਿ ਬੁੱਧ ਨੇ ਸ਼ੂਦਰਾਂ ਨੂੰ ਆਪਣੇ ਕੋਲ ਬਿਠਾਇਆ ਤੇ ਇਸਤਰੀਆਂ ਨੂੰ ਵੀ ਦੀਕਸ਼ਾ ਦੇ ਕੇ ਸੰਘ ਵਿੱਚ ਅਧਿਕਾਰ ਦਿੱਤਾ। ਬੁੱਧ ਨੇ ਕਰਮ ਦੇ ਉਸ ਸਿਧਾਂਤ ਨੂੰ ਕਦੇ ਨਹੀਂ ਮੰਨਿਆ ਜਿਸ ਮੁਤਾਬਕ ਪੁਰਾਣੇ ਕਰਮਾਂ ਦਾ ਫਲ ਮਿਲਦਾ ਹੈ। ਉਹਨਾਂ ਨੇ ਕਦੇ ਆਤਮਾ ਨੂੰ ਨਹੀਂ ਮੰਨਿਆ ਤਾਂ ਪੁਨਰ ਜਨਮ ਦੀ ਗੱਲ ਹੀ ਬੇਮਾਨੀ ਸੀ। ਬੁੱਧ ਧਰਮ ਅਪਣਾਉਣ ਦੇ 2 ਮਹੀਨੇ ਬਾਅਦ ਹੀ ਅੰਬੇਡਕਰ ਦੀ ਮੌਤ ਹੋ ਗਈ, ਜਿਸ ਕਰਕੇ ਉਹਨਾਂ ਨੂੰ ਧਰਮ ਨੂੰ ਜ਼ਿਆਦਾ ਫੈਲਾਉਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਅੰਬੇਡਕਰ ਜੀ ਦੇ ਬੁੱਧ ਧਰਮ ਅਪਣਾਉਣ ਨਾਲ ਬੁੱਧ ਧਰਮ ਦੇ ਅਨੁਯਾਈਆਂ ਵਿੱਚ ਵੀ ਕਾਫੀ ਵਾਧਾ ਹੋਇਆ। ਭਾਰਤ ਵਿੱਚ ਇਸ ਤੋਂ ਪਹਿਲਾਂ ਬੁੱਧ ਧਰਮ ਦੇ ਅਨੁਯਾਈਆਂ ਦੀ ਗਿਣਤੀ 1.5 ਲੱਖ ਤੋਂ ਘੱਟ ਸੀ। 10 सालों में ये बढ़ के 32 लाख हो गई। बाबा साहब ने बौद्ध धर्म इसलिए अपनाया था कि भारत ये विभिन्न जाति संप्रदाय से ग्रस्त था
वर्ण व्यवस्था से ग्रस्त था, इंसानियत के अंदर में इंसानियत मर चुकी थी। बाबा साहब ने बौद्ध धर्म अपनाने से ये संदेश दिया था कि हम सब मानव है और एक मानव को दूसरे मानव के प्रति प्रेम, मैत्री, करुणा, मुदिता होनी चाहिए। और बुद्ध धर्म एक ऐसी धर्म था जिसके अंदर में जाति पाति की व्यवस्था नहीं थी और मानवता की व्यवस्था, इसलिए बाबा साहब ने बौद्ध धर्म को अपनाया था। वो ये चाहते कि पूरे भारत में एक ही धर्म हो, वन नेशन, वन रिलीजियस, वन कल्चर की परिभाषा के साथ डॉक्टर बाबा साहब आम्बेडकर ने बौद्ध धर्म अपनाया। और आपको लगता है कि उनके बौद्ध धर्म अपनाने से बौद्ध धर्म का भारत में विकास हुआ है, ज़्यादा प्रचार हुआ है? हाँ, विकास तो हुआ है, काफ़ी ज़्यादा विकास हो चुका है ना। और अभी हम लोग इस श्रवण संस्कृति के माध्यम से और ज़्यादा विकास करने की उसमें कोशिश करेंगे, उसमें और भर डालने की कोशिश करेंगे। ਧਰਮ ਦੇ ਮਾਮਲੇ ਵਿੱਚ ਮਹਾਤਮਾ ਗਾਂਧੀ ਡਾਕਟਰ BR ਅੰਬੇਡਕਰ ਤੋਂ ਉਲਟ ਸੋਚਦੇ ਸੀ। ਉਹਨਾਂ ਦਾ ਕਹਿਣਾ ਸੀ ਕਿ ਇਹ ਕੋਈ ਮਨੁੱਖ ਦੁਆਰਾ ਬਣਾਇਆ ਸਿਸਟਮ ਨਹੀਂ ਹੈ, ਬਲਕਿ ਇਹ ਬ੍ਰਹਿਮੰਡ ਦਾ ਕਾਨੂੰਨ ਹੈ ਜੋ ਮਨੁੱਖੀ ਸਿਸਟਮ ਨੂੰ ਚਲਾਉਂਦਾ ਹੈ। ਯਾਨੀ ਕਿ ਉਹ ਹਿੰਦੂ ਧਰਮ ਦੀ ਜਾਤੀ ਪ੍ਰਥਾ ਆਲੋਚਨਾ ਨਹੀਂ ਕਰਦੇ ਸੀ, ਜਦੋਂ ਕਿ ਅੰਬੇਡਕਰ ਦਾ ਮੰਨਣਾ ਸੀ ਕਿ ਜਾਤੀ ਪ੍ਰਥਾ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਅੰਬੇਡਕਰ ਨੇ ਬੁੱਧ ਧਰਮ ਨੂੰ ਉਸੇ ਤਰ੍ਹਾਂ ਨਹੀਂ ਅਪਣਾਇਆ, ਉਹਨਾਂ ਨੇ ਬੁੱਧ ਧਰਮ ਨੂੰ ਵੀ ਨਵਾਂ ਰੂਪ ਦਿੱਤਾ। ਇਸ ਤਰ੍ਹਾਂ ਇਹ ਦਲਿਤ ਬੁੱਧਿਸਟ ਮੂਵਮੈਂਟ ਬਣ ਗਿਆ, ਜਿਸ ਨੂੰ ਨਵਿਆਨਾ ਤੋਂ ਨਿਊ ਬੁੱਧਿਜ਼ਮ ਕਿਹਾ ਗਿਆ। ਡਾਕਟਰ ਅੰਬੇਡਕਰ ਜੀ ਬਾਰੇ ਇਹ ਰਿਪੋਰਟ ਤੁਹਾਨੂੰ ਕਿੱਦਾਂ ਦੀ ਲੱਗੀ? ਆਪਣਾ ਫੀਡਬੈਕ ਦੇਣਾ ਨਾ ਭੁੱਲਣਾ। ਬਿਊਰੋ ਰਿਪੋਰਟ, TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।